अस्सलाम वालेकुम या साहिबुल असर व ज़मान बफ़िज़ान मुर्शद अब्द हैदर मस्जिद ते इमाम बारगाह दे विच की फ़र्क हुंदा है? ये किसी दा सवाल सी ते उसदा जवाब मैं कोशिश करांगा कि मैं हुण की दस्सां यार मस्जिद वालेआं नूं गुस्सा ना लग जाए ना इमाम बारगाह आलेआं नूं गुस्सा लग जावे। लेकिन जो फ़र्क वेखे ने ओही मैं दस्सण लगा वां। अगर किसी नूं मेरी गल ते एतराज़ होवे ते ओह तहकीक कर लवे यार मेहरबानी मैं जो फ़र्क वेखे ने मैं ओही डिस्कस करन लगा। ठीक है? सवाल सी जवाब देना भी लाज़मी सी। कि इमाम बारगाह 'ਚ ਕੀ ਹੁੰਦਾ ਹੈ ਕਿ ਜਿਹੜੀ ਤਾਲੀਮਾਤ ਹੈ ਉਹ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਤੋਂ ਲਈ ਜਾਂਦੀ ਹੈ ਤੇ ਉਸੇ ਹੀ ਤਾਲੀਮਾਤ ਨੂੰ ਫੋਲੋ ਕੀਤਾ ਜਾਂਦਾ ਹੈ। 12 ਇਮਾਮਾਂ ਨੂੰ ਫੋਲੋ ਕੀਤਾ ਜਾਂਦਾ ਹੈ, ਠੀਕ ਹੈ, ਤੇ ਉਹਨਾਂ ਕੋਲ ਹੀ ਦੀਨ ਲਿਆ ਜਾਂਦਾ ਹੈ। ਜਦ ਕਿ ਮਸਜਿਦ ਦੇ ਵਿੱਚ ਇਹ ਜਿਹੜੇ 4 ਇਮਾਮ ਨੇ ਅਬੂ ਹਨੀਫਾ, ਸ਼ਾਫੀ, ਮਾਲਿਕ, ਹੰਬਲ ਇਹਨਾਂ ਨੂੰ ਫੋਲੋ ਕੀਤਾ ਜਾਂਦਾ ਤੇ ਇਹਨਾਂ ਦੀ ਤਾਲੀਮਾਤ ਤੇ ਹੀ ਅਮਲ ਕੀਤਾ ਜਾਂਦਾ ਹੈ। ਠੀਕ ਹੈ। ਤਾਲੀਮਾਤ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੂੰ ਕੁਰਾਨ ਤੇ ਅਹਿਲੇ ਬੈਤ ਦੇ ਇਲਮ ਨੂੰ ਫੋਲੋ ਕੀਤਾ ਜਾਂਦਾ ਹੈ। ਇਧਰ ਸਿਰਫ ਕੁਰਾਨ ਤੇ ਜਿਹੜੇ ਇਹ 4 ਨੇ ਨਾ ਇਮਾਮ ਇਹਨਾਂ ਨੂੰ ਫੋਲੋ ਕੀਤਾ ਜਾਂਦਾ ਹੈ, ਜਿਹੜੇ ਕਿ ਗੈਰ ਸੈयद ਵੀ ਨੇ ਤੇ ਆਲੇ ਰਸੂਲ ਵੀ ਨਹੀਂ। ਆਲੇ ਰਸੂਲ ਨਾਲ ਮੁਹੱਬਤ ਦਾ ਦਰਸ 90% ਤਕਰੀਬਨ 90% ਦਰਸ ਜਿਹੜਾ ਹੈ ਉਹ ਆਲੇ ਰਸੂਲ ਦਾ ਮੁਹੱਬਤ ਦਾ ਦਿੱਤਾ ਜਾਂਦਾ ਹੈ। ਜਦ ਕਿ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਨਾਲ ਮੁਹੱਬਤ ਦਾ ਦਰਸ ਤਕਰੀਬਨ ਮਸਾਂ 10% ਮਾਰ ਕੇ 10%। ਤੇ ਦੂਸਰੀ ਇੱਕ ਮੇਨ ਗੱਲ ਦੱਸ ਦੇਵਾਂ, ਮਸਜਿਦ ਦੀ ਤਾਰੀਫ ਤੁਸੀਂ ਅੱਜ ਤੱਕ ਪੜ੍ਹੀ ਹੋਣੀ ਹੈ ਕਿ ਜਿੱਥੇ ਸਜਦਾ ਕੀਤਾ ਜਾ ਸਕੇ ਉਹਨੂੰ ਮਸਜਿਦ ਕਿਹਾ ਜਾਂਦਾ। ਕਿਸੇ ਵੀ ਪਾਕ ਜਗ੍ਹਾ, ਕਿਸੇ ਵੀ ਜਗ੍ਹਾ ਤੇ ਜਿੱਥੇ ਸਜਦਾ ਕੀਤਾ ਜਾਵੇ ਜਾਂ ਸਜਦਾ ਕਰਨ ਵਾਲੀ ਜਗ੍ਹਾ ਨੂੰ ਮਸਜਿਦ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਇਮਾਮ ਦਾ ਜ਼ਿਕਰ ਕੀਤਾ ਜਾਵੇ, ਜਿੱਥੇ ਇਮਾਮ ਦਾ ਜ਼ਿਕਰ ਕੀਤਾ ਜਾਵੇ, ਜਿੱਥੇ ਉਹਦੀ ਮਾਰਫਤ ਦਿੱਤੀ ਜਾਵੇ, ਜਿੱਥੇ ਉਸ ਦਾ ਇੰਤਜ਼ਾਰ ਕੀਤਾ ਜਾਵੇ, ਇਮਾਮ ਬਾਰਗਾਹ ਨੂੰ ਵੀ ਠੀਕ ਉਸੇ ਨੂੰ ਹੀ ਇਮਾਮ ਬਾਰਗਾਹ ਕਹਾਂਗੇ ਜਿੱਥੇ ਇਹ ਸਾਰੇ ਕੰਮ ਹੁੰਦੇ ਨੇ। ਵਕਤ ਦੇ ਇਮਾਮ ਦੀ ਮਾਰਫਤ, ਉਸ ਦਾ ਇੰਤਜ਼ਾਰ ਤੇ ਉਹਨਾਂ ਦੇ ਫਜ਼ਾਇਲ, ਠੀਕ ਹੈ। ਜਿੱਥੇ ਮੁਕੱਸਰੀ ਹੁੰਦੀ ਹੈ ਜਾਂ ਆਲੇ ਰਸੂਲ ਦੇ ਫਜ਼ਾਇਲ ਘਟਾਏ ਜਾਂਦੇ ਨੇ ਉਹ ਇਮਾਮ ਬਾਰਗਾਹ ਵੀ ਨਹੀਂ ਹੈ। ਬਾਕੀ ਜਿਹੜੇ फ़र्क ਨੇ ਉਹ ਮੈਂ ਬਿਆਨ ਕਰਦਾ ਜੀ। ਮੁਹੱਬਤ ਦਾ ਦਰਸ ਤਕਰੀਬਨ 90% ਦਰਸ ਜਿਹੜਾ ਹੈ ਇੱਥੇ ਮਿਲਦਾ ਹੈ ਤੇ ਇੱਧਰ ਸਿਰਫ 10% ਬਰਾਏ ਨਾਮ ਯਾਨੀ ਕਿ ਜ਼ਿਆਦਾਤਰ ਨਹੀਂ। ਇਹ ਜਿਹੜੇ ਇਮਾਮ ਬਾਰਗਾਹ ਹੈ ਇੱਥੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨਾਲ ਜਿਹੜੀ ਨਫ਼ਰਤ ਹੈ ਨਾ 100% ਦਰਸ ਮਿਲਦਾ ਹੈ। ਸ਼ਾਇਦ ਕੋਈ 2% ਘੱਟ ਵੀ ਹੋ ਜਾਵੇ ਯਾਰ, 10% ਵੀ ਘੱਟ ਹੋ ਸਕੇ, ਲੇਕਿਨ ਮੈਂ 100 ਲਿਖ ਦਿੱਤਾ, ਮੈਨੂੰ ਲੱਗਾ ਕਿ 100% ਦਰਸ ਦਿੱਤਾ ਜਾਂਦਾ ਹੈ। ਜ਼ਾਹਿਰ ਗੱਲ ਹੈ ਜਿਹੜੀ ਇਮਾਮ ਬਾਰਗਾਹ ਹੈ ਫਿਰ ਉੱਥੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨਾਲ ਨਫ਼ਰਤ ਦਾ ਦਰਸ ਜਿਹੜਾ 100% ਹੀ ਦਿੱਤਾ ਜਾਣਾ ਚਾਹੀਦਾ ਤੇ ਦਿੱਤਾ ਵੀ ਜਾਂਦਾ ਹੈ। ਤੇ ਯਾਨੀ ਕਿ ਜਿਹੜੇ ਮਸਜਿਦਾਂ ਦੇ ਵਿੱਚ ਉਹ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨਾਲ ਮੁਹੱਬਤ ਦਾ ਦਰਸ 100% ਦਿੱਤਾ ਜਾਂਦਾ। ਹੁਣ ਇਹ ਗੱਲ ਬੜੀ ਕੜਵੀ ਹੈ ਕਿ ਯਾਰ ਇਹ ਕਿਵੇਂ ਬਈ, ਤਹਿਕੀਕ ਕਰ ਲਓ ਯਾਰ, ਤਹਿਕੀਕ ਕਰ ਲਓ। ਸੱਜਣ ਤੇ ਦੁਸ਼ਮਣ ਦਾ ਪਤਾ ਕਿਵੇਂ ਲੱਗਦਾ ਹੈ? ਕਾਰਨਾਮਿਆਂ ਨਾਲ। ਤੇ ਕਾਰਨਾਮਿਆਂ ਨੂੰ ਜੋ ਤੁਸੀਂ ਫੋਲੋ ਕਰੋਗੇ ਯਾਰ ਬਸ ਤੁਸੀਂ ਤਹਿਕੀਕ ਕਰਨਾ ਫਿਰ ਤੁਹਾਨੂੰ ਪਤਾ ਲੱਗਣਾ। ਇੱਕ ਇੱਕ ਲਫ਼ਜ਼ ਦਾ ਮੈਂ ਜ਼ਿੰਮੇਦਾਰ ਹਾਂ ਜੋ ਮੈਂ ਕਹਿ ਰਿਹਾ, ਐਸੇ ਤਰ੍ਹਾਂ ਹੀ ਹੈ, ਠੀਕ ਹੈ। ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣਾਂ ਨੂੰ ਮੁਹੱਬਤ ਦਾ ਦਰਸ 100% ਦਿੱਤਾ ਜਾਂਦਾ ਹੈ ਕਿ ਉਹਨਾਂ ਨਾਲ ਮੁਹੱਬਤ ਕਰੋ। ਇੱਧਰ ਨਫ਼ਰਤ ਦਾ ਦਰਸ ਦਿੱਤਾ ਜਾਂਦਾ ਹੈ, ਇੱਧਰ ਮੁਹੱਬਤ ਦਾ ਦਰਸ ਦਿੱਤਾ ਜਾਂਦਾ ਹੈ, ਠੀਕ ਹੈ। ਅੱਛਾ ਜੀ, ਇੱਥੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਵਕਾਲਤ ਹੁੰਦੀ ਹੈ ਇਮਾਮ ਬਾਰਗਾਹ ਦੇ ਵਿੱਚ, ਜਦ ਕਿ ਇੱਥੇ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਜਿੰਨੇ ਮੁਖਾਲਿਫ ਨੇ ਉਹਨਾਂ ਦੀ ਵਕਾਲਤ ਕੀਤੀ ਜਾਂਦੀ ਹੈ। ਯਾਰ ਕੀ ਕਰਾਂ, ਸੱਚਾਈ ਹੈ। ਤੁਹਾਨੂੰ ਮੇਰੀ ਗੱਲ ਗੁੱਸਾ ਲੱਗੇਗਾ ਵੇਖ ਕੇ, ਲੇਕਿਨ ਤਹਿਕੀਕ ਕਰੋਗੇ ਤਾਂ ਤੁਸੀਂ ਮੇਰੀ ਗੱਲ ਨੂੰ ਸਮਝੋਗੇ, ਠੀਕ ਹੈ। ਮੈਂ ਹੁਣ ਗੱਲ ਖੋਲ੍ਹ ਕੇ ਨਹੀਂ ਕਰਨਾ ਚਾਹੁੰਦਾ, ਹੁਣ ਤੁਸੀਂ ਆਪ ਤਹਿਕੀਕ ਕਰ ਲੈਣਾ। ਅੱਛਾ, ਇੱਥੇ ਜਿਹੜਾ ਜ਼ਿਕਰ ਹੁੰਦਾ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਖੁਸ਼ੀ ਦਾ ਜ਼ਿਕਰ ਹੁੰਦਾ ਹੈ, ਗਮੀ ਦਾ ਜ਼ਿਕਰ ਹੁੰਦਾ, ਉਹਨਾਂ ਦੇ ਦੋਸਤਾਂ ਦਾ ਜ਼ਿਕਰ ਹੁੰਦਾ, ਉਹਨਾਂ ਦੇ ਦੁਸ਼ਮਣਾਂ ਦਾ ਵੀ ਜ਼ਿਕਰ ਹੁੰਦਾ ਹੈ। ਇਮਾਮ ਜ਼ਮਾਨਾ ਦੀ ਮਾਰਫਤ ਦੇ ਉੱਤੇ ਡਿਸਕਸ ਹੁੰਦੀ ਹੈ, ਉਹਨਾਂ ਦੇ ਇੰਤਜ਼ਾਰ ਦੇ ਉੱਤੇ ਗੱਲਾਂ ਹੁੰਦੀਆਂ ਨੇ। ਨਮਾਜ਼ ਕੁਰਾਨ ਖਾਨੀ ਤੇ ਇੱਧਰ ਵੀ ਹੁੰਦੀ ਹੈ, ਉਹ ਤੇ ਇੱਧਰ ਵੀ ਹੁੰਦੀ ਹੈ, ਠੀਕ ਹੈ, ਜਿਹੜੀਆਂ ਸੇਮ ਨੇ ਚੀਜ਼ਾਂ। ਪਰ ਇੱਥੇ ਫ਼ਰਕ ਬਿਆਨ ਕੀਤਾ ਜਾ ਰਿਹਾ ਸੀ ਕਿ ਇੱਧਰ ਜਿਹੜਾ ਨਾ, ਇੱਧਰ ਆਲੇ ਰਸੂਲ ਦੀ ਨਾ ਗਮੀ ਦੱਸੀ ਜਾਂਦੀ, ਨਾ ਖੁਸ਼ੀ ਦੱਸੀ ਜਾਂਦੀ, ਨਾ ਦੋਸਤ ਚਲੋ ਬਿਆਨ ਕਰਦੇ ਨੇ ਕੋਈ ਵੀ ਇਹ ਦੋਸਤ, ਲੇਕਿਨ ਦੁਸ਼ਮਣ ਬਿਲਕੁਲ ਬਿਆਨ ਨਹੀਂ ਹੁੰਦੇ। ਇੱਧਰ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਦੁਸ਼ਮਣ ਬਿਲਕੁਲ ਬਿਆਨ ਨਹੀਂ ਕੀਤੇ ਜਾਂਦੇ। ਇੱਥੇ ਫਸਲਾਂ ਦੀ ਜੋ ਵਾਰੀ ਆਵੇ, ਗੰਦਮ ਕਣਕ ਦੀ, ਚਾਵਲਾਂ ਦੀ, ਤਾਂ ਉਦੋਂ ਉਸ਼ਰ 'ਤੇ ਗੱਲ ਹੁੰਦੀ ਹੈ, 10ਵਾਂ ਹਿੱਸਾ। ਜ਼ਕਾਤ ਦੀ ਗੱਲ ਹੁੰਦੀ ਹੈ, ਮਸਜਿਦ ਦੀ ਤਮੀਰ ਦੀ ਗੱਲ ਹੁੰਦੀ ਹੈ, ਮਸਜਿਦ ਦਾ ਬਿੱਲ ਆ ਗਿਆ, ਮਿਰਾਜ ਸ਼ਰੀਫ 'ਤੇ ਜ਼ਿਕਰ ਹੋ ਗਿਆ, ਲੈਲਤੁਲ ਕਦਰ 'ਤੇ ਹੋ ਗਿਆ, ਰੋਜ਼ੇ ਜਗਾਉਣਾ ਵਗੈਰਾ, ਇੰਨਾ ਸਿਰਫ ਕੰਮ। ਜਾਂ ਫਿਰਕਾ ਪ੍ਰਸਤੀ ਦਾ ਜ਼ਿਕਰ ਦਰਸ ਦਿੱਤਾ ਜਾਂਦਾ, ਜੀ ਅਸੀਂ ਸੁੰਨੀ ਹਾਂ, ਜੀ ਅਸੀਂ ਦਿਓਬੰਦੀ ਹਾਂ, ਜੀ ਅਸੀਂ ਵਹਾਬੀ ਹਾਂ, ਜਾਂ ਇੱਥੇ ਦਰਸ ਮਿਲਦਾ। ਬਾਕੀ ਨਮਾਜ਼ ਕੁਰਾਨ ਤਰਾਵੀ ਇੱਧਰ ਪੜ੍ਹੀ ਜਾਂਦੀ, ਇੱਧਰ ਤਰਾਵੀ ਨਹੀਂ ਪੜ੍ਹੀ ਜਾਂਦੀ, ਠੀਕ ਹੈ। ਇੱਧਰ ਤਰਾਵੀ ਪੜ੍ਹੀ ਜਾਂਦੀ ਮਸਜਿਦਾਂ 'ਚ, ਇੱਧਰ ਨਹੀਂ ਪੜ੍ਹੀ ਜਾਂਦੀ। ਅੱਛਾ, ਇਹਨਾਂ ਇਮਾਮ ਬਾਰਗਾਹ 'ਚ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਨਾਮ ਲਿਖੇ ਹੋਣਗੇ, 12 ਇਮਾਮਾਂ ਦੇ ਨਾਮ ਲਿਖੇ ਹੋਣਗੇ, ਲੇਕਿਨ ਸਿਰਫ ਮੌਲਾ ਅਲੀ ਤੋਂ ਇਲਾਵਾ ਮਸਜਿਦਾਂ ਵਿੱਚ ਸਹਾਬਾ ਕਰਾਮ ਦੇ ਨਾਮ ਲਿਖੇ ਹੋਣਗੇ। ਉਧਰ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਨਾਮ ਨਹੀਂ ਮਿਲਣਗੇ। ਨਹੀਂ ਚੱਕਰ ਤੇ ਆਪਣੀ ਮਸਜਿਦਾਂ ਚੱਕਰ ਲਾ ਕੇ ਵੇਖ ਲੈਣਾ, ਤੁਹਾਨੂੰ ਨਹੀਂ ਮਿਲਣਗੇ। ਇੱਥੋਂ ਤੱਕ ਮਸਜਿਦ ਨਬਵੀ ਦੇ ਵਿੱਚ 12 ਇਮਾਮਾਂ ਦੇ ਨਾਮ ਲਿਖੇ ਨੇ, ਲੇਕਿਨ ਇਹਨਾਂ ਮਸਜਿਦਾਂ ਵਿੱਚ 12 ਇਮਾਮਾਂ ਦੇ ਨਾਮ ਨਹੀਂ ਲਿਖੇ, ਠੀਕ ਹੈ, ਸਿਵਾਏ ਹਜ਼ਰਤ ਅਲੀ ਤੋਂ। ਅੱਛਾ ਜੀ, ਹੁਣ ਇਮਾਮ ਬਾਰਗਾਹ ਜਿਹੜੀ ਹੈ ਸਿਰਫ ਤੇ ਸਿਰਫ ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦੇ ਆਸ਼ਿਕ ਹੀ ਬਣਵਾਉਂਦੇ ਨੇ। ਗੱਲ ਸਮਝ ਰਹੇ ਹੋ?
कोई होएगा जिन्हें मुनाफिक भी जिन्हें बना ली होवे किसी शर वास्ते, लेकिन ज़्यादातर इमाम बारगाह सिर्फ ते सिर्फ आले रसूल सल्लल्लाहु अलैहि वसल्लम दे आशिक ही बनवाते हैं। जबकि जिहड़ी मस्जिद है ना, आले रसूल सल्लल्लाहु अलैहि वसल्लम दे दुश्मन भी बनवाते हैं, यजीद नूं जिंदाबाद कहण वाले भी बनवाते हैं, तो ज़्यादा तादाद च बनवाते हैं जी। गल इत्थे फिर मेरी कड़वी है, गल एवें ही है। मेरी गल नूं तुसीं दलील नाल झूठा करना है। वो कहंदे ने तनकीद वास्ते इलम होना जरूरी है, जबकि बहस लड़ाई झगड़े वास्ते अनपढ़ जाहिल बेवकूफ होना भी काफ़ी हुंदा है। ठीक है। अच्छा, अज तक इमाम बारगाह का कोई टोटा वायरल नहीं होया, जबकि ਇਹ ਅਕਸਰ ਮਿਲ ਜਾਂਦੇ ਨੇ। ਇਹ ਵੀ ਮੈਂ ਹੁਣ ਕੀ ਕਰਾਂ, ਜੋ ਹਕੀਕਤ ਤੁਸੀਂ ਨੈਟ ਤੋਂ ਸਰਚ ਕਰ ਲੈਣਾ ਯਾਰ, ਤੁਹਾਨੂੰ 20 ਟੋਟੇ ਮਿਲ ਜਾਣਗੇ, ਲੇਕਿਨ ਇੱਧਰ ਦਾ ਨਹੀਂ ਮਿਲਿਆ। ਸੱਚਾਈ ਯਾਰ ਕੜਵੀ ਹੁੰਦੀ ਹੈ, ਓਏ ਹੋਏ। ਬਲਕਿ ਸੱਚ ਦੇ ਆਂਦੇ ਕੜਵਾ ਨਹੀਂ ਹੁੰਦਾ, ਸੱਚ ਮਿੱਠਾ ਵੀ ਹੁੰਦਾ। ਸੱਚ ਦੇ ਦੋ ਜ਼ਾਇਕੇ ਹੁੰਦੇ ਨੇ, ਇੱਕ ਕੜਵਾ। ਅਗਰ ਕਿਹਾ ਜਾਵੇ ਨਾ ਯਾਰ ਉਹਦੀ ਬੀਵੀ ਖਰਾਬ ਹੈ, ਤੇ ਬੜਾ ਮਜ਼ੇ ਨਾਲ ਸੁਣਦਾ, ਹਾਂ ਦੱਸ ਕਿਵੇਂ ਕਿਵੇਂ ਖਰਾਬ ਹੈ। ਅਗਰ ਕਿਹਾ ਜਾਵੇ ਕਿ ਤੇਰੀ ਬੀਵੀ ਖਰਾਬ ਹੈ, ਤੇ ਫਿਰ ਮੌਤ ਪੈ ਜਾਂਦੀ ਹੈ। ਇਸੇ ਤਰ੍ਹਾਂ ਹੀ ਸੱਚ ਦੇ ਵੀ ਦੋ ਜ਼ਾਇਕੇ ਹੁੰਦੇ, ਇੱਕ ਕੜਵਾ ਇੱਕ ਮਿੱਠਾ। ਹੁਣ ਇਹ ਕੜਵਾ ਸੱਚ ਨਾ ਯਾਰ, ਤੁਹਾਨੂੰ ਮਿਲ ਜਾਣਗੇ ਟੋਟੇ ਯਾਰ। ਜੇ ਨਾ ਮਿਲਣਗੇ ਤਾਂ ਮੈਨੂੰ ਫੜ ਲੈਣਾ ਆ ਕੇ। ਹਾਂ ਇਹਦੇ ਵਿਖਾ ਦਿਆ ਜੇ, ਇਹਦੇ ਨਾ ਹੋਣ ਦੇ ਬਰਾਬਰ, ਬਾਕੀ ਮੇਰੀ ਸਮਝ 'ਚ ਅੱਜ ਤੱਕ ਮੇਰੇ ਇਲਮ 'ਚ ਨਹੀਂ ਆ ਸਕਿਆ। ਅਗਰ ਹੋਇਆ ਤਾਂ ਮੈਨੂੰ ਸੈਂਡ ਕਰ ਦਿਆ ਜੇ, ਮੈਂ ਵੇਖ ਲਾਂਗਾ ਤੇ ਮੈਂ ਆਪਣੀ ਗੱਲ ਤੋਂ ਤੋਬਾ ਕਰ ਲਾਂਗਾ। ਅਗਰ ਮੇਰੀ ਕਿਸ ਗੱਲ ਨੂੰ ਗਲਤ ਸਾਬਤ ਕਰੋਗੇ ਤਾਂ ਮੈਂ ਆਪਣੀ ਵੀਡੀਓ ਉਸ ਹਟਾ ਦੇਵਾਂਗਾ, ਉਸ ਚੀਜ਼ ਨੂੰ ਉੱਥੋਂ ਉਹਨੂੰ ਕ੍ਰਾਸ ਮਾਰ ਦੇਵਾਂਗਾ। ਲੇਕਿਨ ਇਹ ਵਾਧੇ ਫਰਕ ਹੈ ਜਿਹੜਾ। ਅੱਛਾ, ਇਮਾਮ ਬਾਰਗਾਹ ਦੇ ਵਿੱਚ ਗੈਰ ਮੁਸਲਿਮ ਵੀ ਆਉਂਦੇ ਨੇ, ਆ ਵੀ ਜਾਂਦੇ ਨੇ, ਆ ਵੀ ਸਕਦੇ ਨੇ, ਤੇ ਆਉਂਦੇ ਵੀ ਰਹਿੰਦੇ ਨੇ। ਲੇਕਿਨ ਮਸਜਿਦ ਸਿਰਫ ਮੁਸਲਮਾਨ ਹੀ ਆਉਂਦੇ ਨੇ। ਮੈਂ ਤੁਹਾਨੂੰ ਤੁਸੀਂ ਕਹੋ ਮੈਂ ਨਹੀਂ ਜੀ ਕੋਈ ਕ੍ਰਿਸਚਨ ਵੀ ਆਇਆ, ਕੋਈ ਕਹਿ ਸਕਦੇ ਹੋ ਇੱਕ ਅੱਧੇ ਵਾਕਿਆ, ਲੇਕਿਨ ਮੈਂ ਕਈ ਵਾਕਿਆ ਸੁਣੇ ਨੇ ਕਿ ਗੈਰ ਮੁਸਲਿਮ ਅਗਰ ਰਫਤਾਰੀ ਕਰਨ ਵੀ ਆ ਜਾਵੇ ਨਾ, ਤਾਂ ਉਹਨੂੰ ਕਹਿੰਦੇ ਹੋ ਤੂੰ ਤਾਂ ਗੈਰ ਮੁਸਲਿਮ ਹੈ, ਤੂੰ ਸਾਡੀ ਮਸਜਿਦ 'ਚ ਕੀ ਲੈਣ ਆ ਗਿਆ। ਇੱਥੇ ਵੀ ਰੌਲੇ ਪੈ ਜਾਂਦੇ ਨੇ। ਇੱਥੋਂ ਤੀਕਰ ਕਿ ਦੂਜੇ ਫਿਰਕੇ ਦਾ ਬੰਦਾ ਆ ਜਾਵੇ ਤਾਂ ਉਸ ਰੌਲੇ ਪੈ ਜਾਂਦੇ ਨੇ। ਬਾਕੀ ਇਹ ਫਰਕ ਅਸੀਂ ਵੇਖੇ ਨੇ। ਅੱਛਾ ਜੀ, ਹੁਣ ਇੱਧਰ ਗੌਰੋ ਫਿਕਰ ਕਰਨਾ, ਤਹਿਕੀਕ ਕਰਨਾ ਸਿਖਾਇਆ ਜਾਂਦਾ ਹੈ। ਹੁਣ ਇਹ ਵੀ ਕੈਸੀ ਗੱਲ ਹੈ, ਉਹ ਕਹਿਣਗੇ ਲੈ ਮਸਜਿਦਾਂ 'ਚ ਨਹੀਂ ਸਿਖਾਇਆ ਜਾਂਦਾ, ਤੋਬਾ ਨਊਜ਼ ਬਿल्लाह ਅਸਤਗਫਿरुल्लाह। ਉਹ ਬਈ ਇੱਧਰ ਲਕੀਰ ਦਾ ਫਕੀਰ ਬਣਨਾ ਸਿਖਾਇਆ ਜਾਂਦਾ ਹੈ। ਮੈਂ ਮਸਜਿਦਾਂ ਤੋਂ ਹੀ ਇੱਧਰ ਆਇਆ ਹੈ, ਮੈਂ ਕੋਈ ਸ਼ੁਰੂ ਤੋਂ ਮੰਦਰਾਂ 'ਚ ਨਹੀਂ ਰਹਿੰਦਾ ਰਿਹਾ ਜੀ। ਕੁਰਾਨ ਪੜ੍ਹਦੇ ਨੇ ਪਰ ਸਮਝਣ ਤੋਂ ਬਗੈਰ, ਹਾਫਜ਼ ਹੋ ਜਾਂਦੇ ਨੇ ਪਰ ਕੁਰਾਨ ਦਾ ਤਰਜਮਾ ਇੱਕ ਵਾਰੀ ਵੀ ਨਹੀਂ ਪੜ੍ਹਦੇ। ਨਹੀਂ ਯਕੀਨ ਤਾਂ ਕੋਈ ਹਾਫਜ਼ਾਂ ਨੂੰ, ਮੁਖਤਲਿਫ ਹਾਫਜ਼ਾਂ ਨੂੰ 10-15 ਨੂੰ ਪੁੱਛ ਕੇ ਵੇਖਣਾ ਤਰਜਮੇ ਨਾਲ ਪੜ੍ਹੇ, ਕਹਿੰਦਾ ਨਹੀਂ। ਇੱਥੋਂ ਤੱਕ ਜਿਹੜਾ 5 ਟਾਈਮ ਨਮਾਜ਼ ਪੜ੍ਹ ਰਿਹਾ ਉਹਨੂੰ ਸਮਝ ਨਹੀਂ ਲੱਗ ਰਹੀ ਮੈਂ ਨਮਾਜ਼ ਦੇ ਵਿੱਚ ਕੀ ਪੜ੍ਹ ਰਿਹਾ। ਹਾਂਜੀ, ਇੱਧਰ ਬਿਲਕੁਲ ਕੋਈ ਗੌਰ ਫਿਕਰ ਨਹੀਂ ਕੀਤੀ ਜਾ ਰਹੀ। ਇਹ ਗੱਲ ਹਕੀਕਤ ਹੈ। ਠੀਕ ਹੈ, ਨਹੀਂ ਮੰਨੋਗੇ ਤਾਂ ਮੈਨੂੰ ਕੋਈ ਪ੍ਰੂਫ ਸਾਬਤ ਕਰ ਦੇਣਾ ਤੁਸੀਂ, ਨਹੀਂ ਤਾਂ ਮੈਂ ਤਾਂ ਕਰ ਦੇਵਾਂਗਾ ਤੁਹਾਨੂੰ। ਇੱਧਰ ਦਾ ਦਾਇਰਾ ਇਸਲਾਮ ਬੜਾ ਛੋਟਾ ਹੁੰਦਾ ਹੈ। ਇੱਧਰ ਗੌਰੋ ਫਿਕਰ ਕਰਨ ਵਾਲੇ ਨੂੰ ਕਹਿੰਦੇ ਓਏ ਨਾ ਦਾਇਰਾ ਇਸਲਾਮ 'ਚੋਂ ਕਿਤੇ ਖਾਰਜ ਨਾ ਹੋ ਜਾਵੇ, ਦਾਇਰਾ ਇਸਲਾਮ 'ਚੋਂ ਖਾਰਜ ਨਾ ਹੋ ਜਾਵੇ। ਲੇਕਿਨ ਇਹਨਾਂ ਦਾ ਦਾਇਰਾਕਾਰ ਬੜਾ ਵਸੀ ਹੁੰਦਾ ਹੈ, ਇਹ ਨਹੀਂ ਖਾਰਜ ਹੋਣ ਲੱਗੇ। ਬਲਕਿ ਲੋਕ ਤਾਂ ਇਹਨਾਂ ਨੂੰ ਕਾਫਰ ਕਹਿੰਦੇ ਨੇ, ਇਮਾਮ ਬਾਰਗਾਹ ਵਾਲਿਆਂ ਨੂੰ ਇਹ ਕਾਫਰ ਕਹਿੰਦੇ ਨੇ, ਜਦਕਿ ਇਹ ਵਾਲੇ ਮਸਜਿਦ ਵਾਲਿਆਂ ਨੂੰ ਮੁਸਲਮਾਨ ਕਹਿੰਦੇ ਨੇ। ਠੀਕ ਹੈ, ਲੇਕਿਨ ਇਹ ਵਾਲੇ ਜਿਹੜੇ ਨੇ ਨਾ, ਇਮਾਮ ਬਾਰਗਾਹ ਵਾਲਿਆਂ ਨੂੰ, ਇਹ ਸਾਰੀਆਂ ਚੀਜ਼ਾਂ ਵਾਲਿਆਂ ਨੂੰ ਕਾਫਰ ਕਹਿੰਦੇ ਨੇ। ਕੈਸੀ ਗੱਲ, ਓਏ ਹੋਏ ਤੇਰਾ ਉਲਟਾ ਚੋਰ ਕੁਤਵਾਲ ਕੋ ਡਾਟੇ। ਹੁਣ ਜਿਹੜੇ ਅਸਲੀ ਇਮਾਮ ਨੇ, ਮੈਂ ਮਾਜ਼ਰਤ ਨਾਲ ਮੇਰੇ ਕੋਲ ਪੇਜ ਛੋਟਾ ਸੀ, ਮੈਂ ਨਾਮ ਲਿਖੇ ਨੇ, ਤੁਸੀਂ ਬਾਅਦਬ ਤਰੀਕੇ ਨਾਲ ਨਾਮ ਲੈ ਲੈਣਾ। ਮੈਂ ਨਾਮ ਨਹੀਂ ਲੈਣ ਲੱਗਾ, ਮੈਂ ਸਿਰਫ ਤੁਹਾਨੂੰ ਵਿਖਾਉਣ ਲੱਗਾ। ਠੀਕ ਹੈ, ਇਹ ਜਿਹੜੇ 12 ਇਮਾਮ ਨੇ ਨਾ, ਇਹ ਸੈयद ਵੀ ਨੇ, ਆਲੇ ਰਸੂਲ ਸੱਲੱਲਾਹੁ अलैहि वसल्लम ਵੀ ਨੇ। 12 ਇਮਾਮਾਂ ਦੇ ਨਾਮ, ਤੇ ਇਹ ਫੋਲੋ ਵੀ ਇਹਨਾਂ ਨੂੰ ਹੀ ਕੀਤਾ ਜਾਂਦਾ ਹੈ, ਤੇ ਬਾਕੀਆਂ ਤੋਂ ਮਾਜ਼ਰਤ ਕਰ ਲਈ ਜਾਂਦੀ ਕਿ ਭਾਈ ਤੁਸੀਂ, ਸਾਨੂੰ ਲੋੜ ਹੀ ਕਿਸੇ ਹੋਰ ਕੋਈ ਦੀਨ ਲੈਣ ਦੀ ਜ਼ਰੂਰਤ ਹੀ ਕੋਈ ਨਹੀਂ। ਜਦੋਂ ਇਹ ਹਸਤੀਆਂ ਸਾਡੇ ਕੋਲ ਮੌਜੂਦ ਹੈ, ਸਾਨੂੰ ਹੋਰ ਕਿਸੇ ਕੋਲ ਦੀਨ ਲੈਣ ਦੀ ਲੋੜ ਹੀ ਕੋਈ ਨਹੀਂ। ਜਦਕਿ ਜਿਹੜੇ ਇਹ ਮਸਜਿਦਾਂ ਵਾਲੇ ਨੇ ਨਾ, ਇਹ ਫੋਲੋ ਕਰਦੇ ਨੇ। ਇਮਾਮ ਅਬੂ ਹਨੀਫਾ, ਸ਼ਾਫੀ, ਮਾਲਿਕ, ਹੰਬਲ, ਇਹ ਇਹਨਾਂ ਨੂੰ ਫੋਲੋ ਕਰਦੇ ਨੇ। ਜਿਹੜੇ 4 ਇਮਾਮ ਨੇ ਇਹਨਾਂ ਨੂੰ ਫੋਲੋ ਕਰਦੇ ਨੇ, ਤੇ ਇਹਨਾਂ ਦੀ ਹੀ ਤਾਲੀਮਾਤ 'ਤੇ ਅਮਲ ਕਰਦੇ ਨੇ। ਤੇ ਇਹ ਤਾਂ ਇੱਧਰੋਂ ਮਾਜ਼ਰਤ ਵੀ ਨਹੀਂ ਕਰਦੇ, ਇਹ ਤਾਂ ਦੀਨ ਹੀ ਟੋਟਲ ਇੱਧਰੋਂ ਲੈਂਦੇ ਨੇ। ਹਾਲਾਂਕਿ ਗੈਰ ਸੈयद ਵੀ ਨੇ, ਸਾਹਬਾ ਵੀ ਨਹੀਂ ਗੇ ਲਈ, ਠੀਕ ਹੈ, ਲੇਕਿਨ ਫਿਰ ਵੀ ਫੋਲੋ ਇਹਨਾਂ ਨੂੰ ਕਰਦੇ ਨੇ। ਹੁਣ ਕੋਈ ਕਹਿੰਦਾ ਨਹੀਂ ਜੀ ਇਹ ਵੀ ਤਾਂ ਇਹਨਾਂ ਦੇ ਸ਼ਾਗਿਰਦ ਨੇ, ਉਹ ਬਈ ਸ਼ਾਗਿਰਦ ਹੋ ਸਕਦਾ ਕੋਈ, ਲੇਕਿਨ ਅਗਰ ਇਹਨਾਂ ਵਾਲਾ ਦੀਨ ਹੀ ਕੋਈ ਨਾ ਦੇਵੇਗਾ ਤਾਂ ਫਿਰ ਸ਼ਾਗਿਰਦੀ ਕਿੱਥੇ ਰਹਿ ਗਈ। ਠੀਕ ਹੈ, ਹਾਂ, ਜਿਨ੍ਹਾਂ ਨੂੰ ਇਮਾਮ ਅਬੂ ਹਨੀਫਾ ਕਿਹਾ ਜਾਂਦਾ, ਨੁਮਾਨ ਬਿਨ ਸਾਬਤ ਵੀ ਇਹਨਾਂ ਦਾ ਨਾਮ। ਓਏ ਹੋਏ, ਇਹ ਗੱਲ ਦੱਸਾਂ, ਇਮਾਮ ਆਜ਼ਮ ਵੀ ਇਮਾਮ ਅਬੂ ਹਨੀਫਾ ਨੂੰ ਕਿਹਾ ਜਾਂਦਾ, ਇਹਨਾਂ ਨੂੰ ਇਮਾਮ ਆਜ਼ਮ ਵੀ ਨਹੀਂ ਕਿਹਾ ਜਾਂਦਾ। ਕੈਸੀ ਗੱਲ ਹੈ, ਇਮਾਮ ਆਜ਼ਮ ਦਾ ਲਕਬ ਵੀ ਇਹਨਾਂ ਨੂੰ ਮਿਲਦਾ, ਇਹਨਾਂ ਨੂੰ ਮਿਲਦਾ ਹੀ ਨਹੀਂ। ਇਹ ਮਸਜਿਦਾਂ ਦੇ ਵਿੱਚ ਹੁੰਦਾ। ਠੀਕ ਹੈ, ਬਾਕੀ ਮੇਰੀ ਗੱਲ 'ਤੇ ਕਿਸੇ ਇਤਰਾਜ਼ ਹੋਵੇ ਤਾਂ ਭਾਈ ਬੰਦਾ ਕਰ ਸਕਦਾ, ਲੇਕਿਨ ਮੈਂ ਇੱਕ ਇੱਕ ਹਰਫ ਸੋਚ ਸਮਝ ਕੇ ਆਖਿਆ। ਇਖਤਲਾਫ ਫਰਕ ਤੇ ਹੋਰ ਵੀ ਬਹੁਤ ਜ਼ਿਆਦਾ ਨੇ, ਲੇਕਿਨ ਯਾਰ ਕੀ ਕਰਾਂ, ਇੰਨਾ ਕੀ ਬਰਦਾਸ਼ਤ ਕਰ ਲੈਣਾ। ਬਾਕੀ ਮੇਰਾ ਇੱਕ ਇੱਕ ਲਫ਼ਜ਼ ਮੈਂ ਉਹਦਾ ਪ੍ਰੂਫ ਦੇਣ ਨੂੰ ਤਿਆਰ ਹਾਂ, ਸਬੂਤ ਦੇਣ ਨੂੰ ਤਿਆਰ ਹਾਂ। ਲੜਾਈ ਝਗੜੇ ਦੀ ਜ਼ਰੂਰਤ ਕੋਈ ਨਹੀਂ। ਅਗਰ ਕੋਈ ਤਹਿਕੀਕ ਕਰੇਗਾ ਨਾ, ਗੌਰ ਫਿਕਰ ਕਰੇਗਾ, ਤਾਂ ਉਹਨੂੰ ਜ਼ਰੂਰ ਮੇਰੀ ਗੱਲ ਸੱਚੀ ਸਾਬਤ ਹੋਏਗੀ। ਠੀਕ ਹੈ, ਬਾਕੀ ਹੁബ്ਬੇ ਅਲੀ ਰਹਿਮਤੁल्लाह, बुग़्ज़े अली लानतुल्लाह बेशुमार।